ਇਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਪਰਮ ਸਨਮਾਨਯੋਗ ਜੁਗ ਹੋ ਜੁਗ ਅਟਲ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਈਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਰਾਤਰੀ ਦੇ ਇਹਨਾਂ ਵਿਸ਼ੇਸ਼ ਦੀਵਾਨਾਂ ਅੰਦਰ ਆਦਿ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਦਰਬਾਰ ਅੰਦਰ ਹਾਜ਼ਰੀ ਭਰ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਆਗਰੇ ਵਾਲੇ ਤਿੰਨਾਂ ਦੇ ਜਥੇ ਪਾਸੋਂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਕੁਝ ਕੁ ਸਮਾਂ ਸਤਿਗੁਰੂ ਦੀ ਪਾਵਨ ਬਾਣੀ ਅਤੇ ਇਤਿਹਾਸ ਵਿੱਚੋਂ ਕੁਝ ਕੁ ਬੋਲਾਂ ਦੀ ਸਾਂਝ ਕਰੀਏ। ਅਸੀਸ ਬਖਸ਼ਦੇ ਹੋਏ ਪਿਆਰ ਸਤਿਕਾਰ ਨਾਲ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਇਸ ਅਸਥਾਨ ਤੇ ਸੁਭਾਈਮਾਨ ਹੋ ਜੋ ਹੁਕਮ ਰੂਪ ਅੰਦਰ ਬਖਸ਼ਿਸ਼ ਕੀਤੀ ਹੈ, ਤਾਂ ਸ਼ਬਦ ਲੰਬੇਰਾ, ਪਰ ਸਮੇਂ ਅੰਦਰ ਰਹਿੰਦੇ ਹੋਏ ਇੱਕ ਦੋ ਬਚਨ ਇਸ ਪਾਵਨ ਹੁਕਮ ਦੇ ਵਿੱਚੋਂ ਸਾਂਝੇ ਕਰਾਂਗੇ, ਕਿਉਂਕਿ ਇਹ ਪਾਵਨ ਬੋਲ ਧਨਾਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਤੇ ਪਾਵਨ ਅੰਗ 687 ਔਰ 88 ਉੱਪਰ ਸੁਭਾਈਮਾਨ ਹੈ। ਅਰੰਭਤਾ ਅੰਦਰ ਸਾਹਿਬ ਜੀ ਨੇ ਸ਼ੰਤ ਸਰਲੇਖ ਵਿੱਚ ਬਿਆਨ ਕੀਤਾ ਕਿ ਇਸ ਦੇ 4 ਬੰਦ ਹਨ ਤੇ ਹਰ ਬੰਦ ਦੇ ਅੰਦਰ 6-6 ਲਾਈਨਾਂ ਆ ਰਹੀਆਂ ਨੇ। ਮੰਗਲ ਵੀ ਕੀਤਾ, ਕਹਿਣ ਲੱਗੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿ ਅਕਾਲ ਪੁਰਖ ਪਰਮੇਸ਼ਰ ਇੱਕ ਹੈ। ਉਸ ਦੀ ਸਮਝ ਪੂਰੇ ਗੁਰੂ ਦੀ ਸ਼ਰਨ ਦੇ ਅੰਦਰ ਆ ਕੇ ਪਏਗੀ। ਜਿਸ ਨੇ ਪੂਰੇ ਗੁਰੂ ਤੋਂ ਆ ਕੇ ਬਖਸ਼ਿਸ਼ ਰਹਿਮਤ ਲੈ ਲਈ, ਗੁਰੂ ਕੇ ਬਚਨਾਂ ਨੂੰ ਆਪਣੇ ਹਿਰਦੇ ਅੰਦਰ ਥਾਂ ਦਿੱਤੀ, ਫਿਰ ਉਸ ਨੂੰ ਸਮਝ ਪੈ ਜਾਂਦੀ ਹੈ ਕਿ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਇਹਨਾਂ ਪਾਵਨ ਬਚਨਾਂ ਅੰਦਰ ਗੁਰੂ ਨਾਨਕ ਸਾਹਿਬ ਆਰੰਭਤਾ ਕਰਦੇ ਕੋਈ ਬੋਲ ਸਾਂਝੇ ਕਰਦੇ ਨੇ। ਕਹਿਣ ਲੱਗੇ ਤੀਰਥ ਨਹਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਹਰਾ। ਹਉ ਨਾਮ ਹਰ ਕਾ ਸਦਾ ਜਾਚੋ, ਦੇ ਪ੍ਰਭ ਧਰਣੀ ਧਰਾ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਮਨਾ। ਸਾਹਿਬ ਕਹਿਣ ਲੱਗੇ ਕਿ ਦੁਨੀਆ ਦੇ ਲੋਕਾਂ ਨੂੰ ਮੈਂ ਦੇਖਦਾ ਹਾਂ ਕਿ ਇਹਨਾਂ ਨੂੰ ਬਹੁਤਾਤ ਸਰੀਰਕ ਸਫਾਈ ਕਰਨੀ ਆ ਗਈ, ਇਹਨਾਂ ਨੂੰ ਤਨ ਧੋਣਾ ਆ ਗਿਆ, ਪਰ ਅਜੇ ਮਨ ਧੋਣਾ ਕੋਈ ਬਹੁਤਿਆਂ ਨੂੰ ਨਹੀਂ ਆਇਆ। ਕਦੀ ਪੁਰਾਤਨ ਸਮੇਂ ਦੇ ਅੰਦਰ ਇਸ਼ਨਾਨ ਕਰਨ ਵਾਸਤੇ ਇਹਨਾਂ ਨੂੰ ਨਦੀਆਂ ਤੇ ਜਾਣਾ ਪੈਂਦਾ ਸੀ, ਸਰੋਵਰਾਂ ਪੱਬਰਾਂ ਤੇ ਜਾਣਾ ਪੈਂਦਾ ਸੀ, ਪਰ ਸਮਾਂ ਪਾ ਕੇ ਇਸ ਨੇ ਪਾਣੀ ਨੂੰ ਬਿਲਕੁਲ ਨੇੜੇ ਲੈ ਆਂਦਾ। ਆਪਣੇ ਘਰ ਦੇ ਅੰਦਰ ਪਾਣੀ ਦਾ ਇੰਤਜ਼ਾਮ ਕਰ ਲਿਆ। ਇੱਥੋਂ ਤੱਕ ਅੱਜ ਦਾ ਇਨਸਾਨ ਜਿਸ ਕਮਰੇ ਦੇ ਅੰਦਰ ਆਰਾਮ ਕਰਦਾ ਹੈ, ਨਾਲ ਹੀ ਬਾਥਰੂਮ ਅਟੈਚ ਹੋਣ ਕਰਕੇ ਉਹ ਅੰਦਰੇ ਅੰਦਰ ਇਸ਼ਨਾਨ ਪਾਨ ਕਰਕੇ ਬਾਹਰ ਨਿਕਲ ਜਾਂਦਾ ਹੈ। ਪਰ ਜਿਸ ਸਰੀਰ ਦੀ ਅੰਦਰ ਦੀ ਸਫਾਈ ਦੀ ਗੱਲ ਗੁਰੂ ਨੇ ਕੀਤੀ,
ਉਸ ਨੂੰ ਕੋਈ ਵਿਰਲਾ ਟਾਵਾਂ ਹੀ ਸਮਝਿਆ। ਸਾਹਿਬ ਕਹਿਣ ਲੱਗੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਸਾਹਿਬ ਕਹਿਣ ਲੱਗੇ ਜਿਸ ਜਲ ਨੇ, ਜਿਸ ਸਤਿਗੁਰੂ ਦੀ ਬਖਸ਼ਿਸ਼ ਰਹਿਮਤ ਨੇ ਤੇਰੇ ਅੰਦਰ ਦੀ ਸਫਾਈ ਕਰਨੀ ਸੀ, ਉਹਨਾਂ ਵੱਲ ਅਜੇ ਬਹੁਤਾ ਤੂੰ ਨਹੀਂ ਹੋਇਆ। ਕੋਈ ਵਿਰਲਾ ਟਾਵਾਂ ਜਿਹੜਾ ਗੁਰੂ ਕੇ ਸਿਧਾਂਤ ਨੂੰ ਸਮਝ ਗਿਆ। ਤੇ ਸਾਹਿਬ ਕਹਿਣ ਲੱਗੇ ਫਿਰ ਉਸ ਤੋਂ ਸਤਿਗੁਰੂ ਦਾ ਘਰ ਬਲਿਹਾਰੇ ਜਾਂਦਾ ਹੈ। ਜੋ ਜਨ ਲੈ ਖਸਮ ਕਾ ਨਾਉ, ਤਿਨ ਕੈ ਸਦ ਬਲਿਹਾਰੇ ਜਾਉ। ਸਾਹਿਬ ਕਹਿਣ ਲੱਗੇ ਮੈਂ ਉਸ ਤੋਂ ਬਲਿਹਾਰ ਜਾਣਾ ਜਿਸ ਨੂੰ ਅੰਦਰ ਧੋਣਾ ਆ ਗਿਆ। ਸਤਿਗੁਰੂ ਦਾ ਘਰ ਇਹ ਨਹੀਂ ਕਹਿੰਦਾ ਕਿ ਤੇਰੀ ਬਾਹਰੋਂ ਸਰੀਰਕ ਤੌਰ ਤੇ ਸਫਾਈ ਨਹੀਂ ਹੋਣੀ ਚਾਹੀਦੀ। ਸਤਿਗੁਰੂ ਦਾ ਘਰ ਤੇ ਆਵਾਜ਼ਾਂ ਮਾਰਦਾ ਹੈ ਕਿ ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ, ਵਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਘਰ ਜਾਤੇ। ਜਾਂ ਸਤਿਗੁਰੂ ਦੇ ਘਰ ਵਿੱਚੋਂ ਹੋਰ ਵੀ ਆਵਾਜ਼ਾਂ ਆਈਆਂ। ਕਹਿਣ ਲੱਗੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਕਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਸਤਿਗੁਰੂ ਦਾ ਘਰ ਕਹਿੰਦਾ ਸਰੀਰਕ ਸਫਾਈ ਹੋਣੀ ਬੜੀ ਜ਼ਰੂਰੀ ਹੈ, ਪਰ ਜੇ ਤੂੰ ਕਹੇ ਕਿ ਮੈਂ ਸਰੀਰ ਦੀ ਸਫਾਈ ਦੇ ਨਾਲ ਨਾਲ ਬਸ ਮਨ ਵੀ ਸਾਫ਼ ਕਰ ਲਿਆ, ਮੈਂ ਤੀਰਥਾਂ ਤੇ ਗਿਆ, ਮੈਂ ਕਈ ਦਿਨ ਉੱਥੇ ਜਾ ਕੇ ਦਾਨ ਪੁੰਨ ਕੀਤੇ, ਮੈਂ ਉੱਥੇ ਰਹਿ ਕੇ ਸਮਾਂ ਬਤੀਤ ਕੀਤਾ, ਮੈਂ ਥੋੜਾ ਬਹੁਤਾ ਜਪ ਤਪ ਕੀਤਾ, ਮੈਂ ਤਾਂ ਆਪਣੇ ਕੱਪੜੇ ਧੋ ਕੇ ਬਿਲਕੁਲ ਸਾਫ਼ ਹੋ ਕੇ ਇਹਨਾਂ ਨਦੀਆਂ ਨਾਲਿਆਂ ਤੋਂ ਵਾਪਸ ਮੁੜਿਆ। ਖਾਸ ਕਰਕੇ ਮੈਂ ਇਹ ਵੀ ਬੋਲ ਸਾਂਝੇ ਕਰਦਿਆਂ ਕਿਉਂਕਿ ਇਹ ਬੋਲ ਗੁਰੂ ਨਾਨਕ ਸਾਹਿਬ ਦੇ ਤੇ ਇਹ ਪਾਵਨ ਹੁਕਮਨਾਮਾ ਜੋ ਅੱਜ ਬਖਸ਼ਿਸ਼ ਹੋਇਆ, ਇਹ ਇਲਾਹਾਬਾਦ ਦੀ ਧਰਤੀ ਪ੍ਰਯਾਗਰਾਜ ਦੇ ਅੰਦਰ, ਜਿੱਥੇ ਮਾਘ ਦੇ ਮਹੀਨੇ ਅੰਦਰ ਸੰਗਰਾਂਦ ਪਵਿੱਤਰ ਕਹਿ ਕੇ ਉਹਨਾਂ ਪਾਂਡਿਆਂ ਨੇ, ਉਹਨਾਂ ਕਰਮ ਕਾਂਡੀਆਂ ਨੇ ਲੁੱਟਿਆ ਕਿ ਜੇ ਇੱਥੇ ਆ ਕੇ ਇਸ਼ਨਾਨ ਪਾਨ ਕਰੋਗੇ, ਇੱਥੇ 3 ਨਦੀਆਂ ਦਾ ਸੰਗਮ ਹੋ ਰਿਹਾ ਹੈ, ਜੇ ਕਿਤੇ ਇੱਥੇ ਆ ਕੇ ਇਸ਼ਨਾਨ ਕੀਤਾ ਤੇ ਤੁਹਾਡੇ ਸਾਰੇ ਪਾਪ ਕੱਟੇ ਜਾਣਗੇ। ਪਰ ਮੈਂ ਜ਼ਿਕਰ ਕਰ ਰਿਹਾ ਕਿ ਸਤਿਗੁਰੂ ਦਾ ਘਰ ਕਹਿੰਦਾ ਹੈ ਕਿ ਬਾਹਰੀ ਤੌਰ ਤੇ ਜਿੱਥੇ ਮਰਜ਼ੀ ਇਸ਼ਨਾਨ ਕਰ ਲਈ, ਤੇਰੀ ਅੰਦਰ ਦੀ ਮੈਲ ਇਸ ਤਰ੍ਹਾਂ ਕਦੀ ਵੀ ਨਹੀਂ ਉਤਰ ਸਕਦੀ। ਬਚਨ ਮੈਂ ਗੁਰੂ ਨਾਨਕ ਸਾਹਿਬ ਦਾ ਸਾਂਝਾ ਕਰਨ ਲੱਗਾ ਸਾਂ। ਸਾਹਿਬ ਕਹਿਣ ਲੱਗੇ ਵਸਤਰ ਪਖਾਲ ਪਖਾਲੇ ਕਾਇਆ, ਆਪੇ ਸੰਜਮ ਹੋਵੇ, ਅੰਤਰ ਮੈਲ ਲੱਗੀ ਨਹੀਂ ਜਾਣੈ, ਬਾਹਰੋਂ ਮਲਮਲ ਧੋਵੇ। ਇਹ ਤੀਰਥਾਂ ਤੇ ਗਿਆ, ਇਸ ਨੇ ਵਸਤਰ ਸਾਫ਼ ਕਰ ਲਏ, ਇੱਥੇ ਆਪਾ ਬਾਹਰੀ ਤੌਰ ਤੇ ਸਾਫ਼ ਕਰ ਲਿਆ। ਤੇ ਜੇ ਕੋਈ ਇਹ ਇਨਸਾਨ ਕਹੇ ਹਾਂ ਵੱਖਰੀ ਗੱਲ ਹੈ ਕਿ ਗੁਰੂ ਦਾ ਸਿਧਾਂਤ ਕਿਤੇ ਪੱਲੇ ਬੰਨ੍ਹ ਕੇ ਉੱਥੇ ਗਿਆ ਹੋਇਆ ਜੇ ਜੀਵ ਵਾਪਸ ਮੁੜਦਾ ਹੈ ਤੇ ਗੁਰੂ ਕੀ ਪਾਵਨ ਬਾਣੀ ਉਸ ਦੇ ਹਿਰਦੇ ਅੰਦਰ ਜ਼ਰੂਰ ਆਨੰਦ ਪੈਦਾ ਕਰ ਦੇਗੀ। ਪਰ ਜੇ ਕਰਮ ਕਾਂਡਾਂ ਤੱਕ ਜੀਵ ਸੀਮਤ ਰਹਿ ਗਿਆ ਤੇ ਸਤਿਗੁਰੂ ਨੂੰ ਇਹ ਇਲਾਹਾਬਾਦ ਦੀ ਧਰਤੀ ਤੇ ਜਾ ਕੇ ਗੱਲ ਕਹਿਣੀ ਪੈ ਰਹੀ ਹੈ ਕਿ ਜਿੰਨੀ ਦੇਰ ਗਿਆਨ ਵਾਲੇ ਪਾਸੇ ਨਹੀਂ ਤੁਰੋਗੇ, ਜਿੰਨੀ ਦੇਰ ਗੁਰੂ ਕੇ ਸ਼ਬਦ ਨੂੰ ਅੰਦਰ ਥਾਂ ਨਹੀਂ ਦੇਵੋਗੇ, ਕਦੀ ਵੀ ਤੀਰਥਾਂ ਤੇ ਪਾਰ ਉਤਾਰਾ ਨਹੀਂ ਹੋਣਾ। ਵਸਤਰ ਪਖਾਲ ਪਖਾਲੇ ਕਾਇਆ, ਆਪੇ ਸੰਜਮ ਹੋਵੇ। ਬਸ ਬਾਰੀ ਇਸ਼ਨਾਨ ਕਰਦਾ, ਵਸਤਰ ਸਾਫ਼ ਕਰਦਾ, ਇਹ ਆ ਕੇ ਪਿੰਡਾਂ ਥਾਵਾਂ ਤੇ ਇਹ ਹੋਕਾ ਲਾਈ ਜਾਏ ਮੈਂ ਇੰਨਾ ਦਾਨ ਪੁੰਨ ਕਰ ਆਇਆ, ਮੈਂ ਇੰਨੇ ਦਿਨ ਤੀਰਥਾਂ ਤੇ ਹੋ ਆਇਆ। ਸਾਹਿਬ ਕਹਿਣ ਲੱਗੇ ਅੰਦਰਲੀ ਮੈਲ ਜਿਹੜੀ ਹੈ ਅਜੇ ਵੀ ਕੋਈ ਨਹੀਂ ਉਤਰੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿਣਾ ਪੈ ਗਿਆ। ਕਹਿਣ ਲੱਗੇ ਤੀਰਥ ਬਰਤ ਅਰ ਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਇਹ ਇਨਸਾਨ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਖਾਥੀ ਵਾਲਾ ਇਸ਼ਨਾਨ ਹੋਵੇ, ਕਿਉਂਕਿ ਖਾਥੀ ਨੂੰ ਇਸ਼ਨਾਨ ਕਰਾ ਕੇ ਬਾਹਰ ਜਦੋਂ ਛੱਡ ਦਿੱਤਾ ਜਾਂਦਾ ਹੈ, ਹਾਥੀ ਨੂੰ ਇਸ਼ਨਾਨ ਕਰਾਉਣ ਵਾਲਾ ਆਪ ਅਜੇ ਨਹਾ ਕੇ ਵਾਪਸ ਵੀ ਨਹੀਂ ਮੁੜਦਾ ਤੇ ਹਾਥੀ ਫਿਰ ਆਪਣੇ ਉੱਪਰ ਚਿੱਕੜ ਸੁੱਟ ਲੈਂਦਾ ਹੈ। ਕਹਿਣ ਲੱਗੇ ਤੂੰ ਵੀ ਤੀਰਥਾਂ ਤੋਂ ਵਾਪਸ ਮੁੜਿਆ ਤੇ ਆ ਕੇ ਗੁਮਾਨ ਕਰ ਬੈਠਾ, ਮਾਣ ਕਰ ਬੈਠਾ
कि मैं इन्ना दान पुन करके आ गया, तेरे ऊपर भी खौमे दा चिक्कड़ जिहड़ा है वो डिग पिया। बस इस दे नाल तेरी अंदर दी मैल जिहड़ी है वो कोई नहीं उतर सकदी। बाहरों भावें जिन्ना मर्जी तू कई जाए, मैं संजमी बन गया। साहिब जी ने जपजी साहिब दे अंदर भी ये बोल साझे कीते। कहन लगे पानी की गल करिए, जल की गल करिए, ये शरीर नूं बिल्कुल साफ कर देंदा है। भरीए मत पापां के संग, ओ धोपै नावे के रंग। कहन लगे जे कपड़ा कोई गंदा होया, शरीरक तौर ते इंसान दे मिट्टी लग गई, कोई मैल लग गई, कोई कपड़ा गंदा हो गया, मूत पलीती कपड़ होए, दे साबून लईए ओ धोए। भरीए मत पापां के संग, ओ धोपै नावे के रंग। ये नहीं कहा कि ये भी पानी दे नाल साफ हो जाएगी। कहन लगे गुरु का शब्द तेरे हिरदे दे अंदर जदों घर करेगा, तां तेरे विचों विकारां दा खात्मा होना है, तां तेरे विचों तृष्णा ने, ये निंदिया ने, इस चुगली ने खत्म होना। नहीं तो जीवन दे अंदर कोई तब्दीली नहीं आनी। जिथों मर्जी इसे तरह घूम के आ जाई। सतगुरु ने पावन बाणी अंदर होर भी जिक्र किया। कहन लगे मन मैले सब किस मैला, तन धोते मन खदशा ना होए। तन धोण दे नाल भावें ओ घर दे अंदर, भावें ओ किसे तीरथ ते पहुंचिया, कहन लगे कदी भी तीरथ दा जल तेनों बाहरी तौर ते साफ कर देगा, अंदर नहीं होना। अंदर गुरु दे ज्ञान दे नाल ही साफ होना है। सतगुरु ये इलाहाबाद की धरती ते गल सांझी कर रहे ने कि तीरथ नहावन जाओ, तीरथ नाम है। तुसी बाहर नूं तीरथ नहाउण जांदे हो, मैं अंदर नूं तीरथ नहाउण चला गया। बस आई तुहाडे विच ते मेरे अंदर फर्क है। तुसी बाहर तीर्थां ते तुरे फिरदे हो, मैं गुरु दे शब्द राहीं अंदर चला गया। तीरथ नहावन जाओ, तीरथ नाम है, तीरथ शब्द विचार अंतर ज्ञान है। सहम कहन लगे तुसी 10 ਜਾਂ ਕੁਝ ਕੁ ਤਿਉਹਾਰ ਜਿਹੜੇ ਹਨ ਉਹ ਪਵਿੱਤਰ ਮੰਨਦੇ ਹੋ, ਪਰ ਮੇਰੇ ਵਾਸਤੇ ਇੰਨੀ ਬਖਸ਼ਿਸ਼ ਰਹਿਮਤ ਹੋ ਗਈ, ਮੇਰੇ ਵਾਸਤੇ ਹਰ ਦਿਨ ਹੀ ਪਵਿੱਤਰ ਹੋ ਗਿਆ। ਇਹ ਨਹੀਂ ਕਿ ਸੰਗਰਾਂਦ ਆਈ ਤੇ ਮੈਂ ਬਹੁਤੀ ਮਹਾਨਤਾ ਦੇ ਦਿੱਤੀ, ਪੂਰਨਮਾਸ਼ੀ ਆਈ ਤੇ ਮੈਂ ਬਹੁਤਾ ਪਵਿੱਤਰ ਦਿਨ ਕਹਿ ਦਿੱਤਾ, ਮੱਸਿਆ ਆਈ ਜਿਹੜੀ ਹੈ ਹੀ ਹਨੇਰਾ, ਤੇ ਜੇ ਸਿੱਖ ਵੀ ਉਸੇ ਨੂੰ ਪੂਜੀ ਜਾਏ ਤੇ ਫਿਰ ਅਜੇ ਭਰਮਾਂ ਦਾ ਸ਼ਿਕਾਰ ਹੈ। ਕੋਈ ਚੰਦਰ ਗ੍ਰਹਿਣ ਮੰਨੀ ਜਾ ਰਿਹਾ ਹੈ, ਕੋਈ ਸੂਰਜ ਗ੍ਰਹਿਣ ਮੰਨੀ ਜਾ ਰਿਹਾ ਹੈ। ਸਾਹਿਬ ਕਹਿਣ ਲੱਗੇ ਤੁਹਾਡੇ 10 ਪੁਰਬ ਹੋ ਸਕਦਾ ਕੌਣ ਹੈ, ਪਰ ਮੇਰੇ ਵਾਸਤੇ ਤਾਂ ਨਿਤ ਹੀ ਬਖਸ਼ਿਸ਼ ਰਹਿਮਤ ਵਰਤ ਗਈ, ਕਿਉਂਕਿ ਮੈਂ ਗੁਰੂ ਤੋਂ ਗਿਆਨ ਲੈ ਕੇ ਆਪਣੇ ਅੰਦਰ ਨੂੰ ਸਾਫ਼ ਕਰ ਲਿਆ। ਤੁਸੀਂ ਲੋਕ ਬਹੁਤਾਤ ਬਾਹਰਲੇ ਤੀਰਥਾਂ ਤੇ ਗਏ, ਭਗਤਾਂ ਨੇ ਵੀ ਖੈਰ ਜ਼ਿਕਰ ਕੀਤਾ। ਕਹਿਣ ਲੱਗੇ ਕੋਈ ਗੰਗਾ ਤੇ ਗਿਆ, ਕੋਈ ਗੋਦਾਵਰੀ ਤੇ ਗਿਆ, ਕੋਈ ਜਮਨਾ ਤੇ ਇਸ਼ਨਾਨ ਕਰਕੇ ਮੁੜ ਆਇਆ, ਪਰ ਮੈਨੂੰ ਕਹਿਣਾ ਪੈਂਦਾ ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕੰਮ। ਇਹ ਨਹੀਂ ਕਿਹਾ ਕਿ ਭਗਤਾਂ ਦੇ ਕੰਮ, ਕਹਿਣ ਲੱਗੇ ਸੰਸਾਰ ਕੇ ਕੰਮ। ਨਾਰਾਇਣ ਸੋ ਪ੍ਰਸੰਨ ਹੋਏ ਤਾਂ ਸੇਵਕ ਨਾਮਾ। ਸਾਹਿਬ ਕਹਿਣ ਲੱਗੇ ਮੈਂ ਤੁਸੀਂ ਇਸ਼ਨਾਨ ਕਰਕੇ ਪਾਰ ਲੱਗ ਜਾਓਗੇ। ਮੈਂ ਜ਼ਿਕਰ ਦੋਹਾਂ ਪੱਖਾਂ ਦਾ ਸਾਂਝਾ ਕਰ ਰਿਹਾ ਕਿ ਸਰੀਰਕ ਤੌਰ ਤੇ ਕਿਤੇ ਵੀ ਇਸ਼ਨਾਨ ਕੀਤਾ ਜਾਏ, ਭਾਵੇਂ ਘਰ ਹੈ ਭਾਵੇਂ ਕੋਈ ਤੀਰਥ ਹੈ, ਸਫਾਈ ਹੋ ਜਾਏਗੀ, ਪਰ ਅੰਦਰ ਦੀ ਸਫਾਈ ਸਾਹਿਬ ਕਹਿਣ ਲੱਗੇ ਇਸ ਤਰ੍ਹਾਂ ਨਹੀਂ ਹੋਣੀ। ਗੁਰੂ ਅਰਜਨ ਸਾਹਿਬ ਨੇ ਤਾਂ ਹੋਰ ਵੀ ਕਿੰਨਾ ਜ਼ਿਕਰ ਕਰ ਦਿੱਤਾ। ਕਹਿਣ ਲੱਗੇ ਕੱਲਾ ਤੀਰਥ ਤੇ ਇਸ਼ਨਾਨ ਦੀ ਗੱਲ ਨਹੀਂ, ਇੱਥੇ ਭਾਵੇਂ ਤੀਰਥਾਂ ਤੇ ਨੰਗੇ ਪੈਰੀ ਚਲਾ ਜਾਈ, ਧਾਰਮਿਕ ਗ੍ਰੰਥਾਂ ਨੂੰ ਜਿੰਨਾ ਮਰਜ਼ੀ ਤੋਂ ਪੜ੍ਹੀ ਜਾਈ, ਜਿੰਨਾ ਮਰਜ਼ੀ ਬਾਹਰੀ ਤੌਰ ਤੇ ਵਿਖਾਵਾ ਕਰੀ ਜਾਈ ਕਿ ਮੈਂ ਵੀ ਧਰਮੀ ਹਾਂ, ਕਹਿਣ ਲੱਗੇ ਬਿਲਕੁਲ ਵੀ ਜੀਵਨ ਅੰਦਰ ਤਬਦੀਲੀ ਕੋਈ ਨਹੀਂ ਆਉਣੀ। ਨਾ ਤੂੰ ਆਵੇਂ ਵਸ ਬਹੁਤ ਘਿਨਾਵਣੇ, ਨਾ ਤੂੰ ਆਵੇਂ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੇਂ ਵਸ ਤੀਰਥ ਨਹਾਈਐ, ਨਾ ਤੂੰ ਆਵੇਂ ਵਸ ਧਰਤੀ ਧਾਈਐ, ਨਾ ਤੂੰ ਆਵੇਂ ਵਸ ਕਿਤੇ ਸਿਆਣਪੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ। ਸਭ ਕੋ ਤੇਰੇ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਚਨ
ਜੇ ਆਪਾਂ ਨਿਤਨੇਮ ਦੇ ਅੰਦਰ ਪੜ੍ਹਦੇ ਆ ਤੇ ਉਹਨਾਂ ਵੀ ਇਹੀ ਜ਼ਿਕਰ ਕੀਤਾ। ਕਹਿਣ ਲੱਗੇ ਕਹਾ ਭਇਓ ਤੀਰਥ ਬ੍ਰਤ ਕੀਏ। ਕਹਿਣ ਲੱਗੇ ਕੀ ਹੋਇਆ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ, ਜੇ ਅੰਦਰ ਆਪਣੇ ਆਪ ਨੂੰ ਬਦਲਣ ਦਾ ਯਤਨ ਨਾ ਕੀਤਾ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ। ਅਗਲਾ ਬਚਨੇ ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹਿ ਨ ਖਾਲਸ ਜਾਣੈ। ਕਹਿਣ ਲੱਗੇ ਬਾਹਰੀ ਤੌਰ ਥਾਂ ਤੇ ਤੀਰਥਾਂ ਤੇ ਘੁੰਮਣ ਵਾਲਿਆ, ਜੇ ਇਸ ਤਰ੍ਹਾਂ ਇਸ਼ਨਾਨ ਪਾਨ ਤੱਕ ਸੀਮਤ ਰਹਿ ਗਿਆ, ਕਦੀ ਵੀ ਜੀਵਨ ਸੁਚੱਜਾ ਨਹੀਂ ਬਣਨਾ। ਗੁਰੂ ਨਾਨਕ ਸਾਹਿਬ ਦੇ ਆਪਾਂ ਬੋਲ ਸਾਂਝੇ ਕਰ ਰਹੇ ਹਾਂ। ਕਹਿਣ ਲੱਗੇ ਤੀਰਥ ਨਹਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਹਰਾ, ਹਉ ਨਾਮ ਹਰ ਕਾ ਸਦਾ ਜਾਚੋਂ, ਦੇ ਪ੍ਰਭ ਧਰਣੀ ਧਰਾ। ਇਸੇ ਵਿੱਚ ਹੀ ਅੱਗੇ ਜਾ ਕੇ ਜ਼ਿਕਰ ਕੀਤਾ। ਕਹਿਣ ਲੱਗੇ ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੇ ਸੱਚ ਬਿਨਾ। ਇੱਥੇ ਸਾਹਿਬ ਨੇ ਇਹ ਨਹੀਂ ਕਿਹਾ ਕਿ ਸੰਸਾਰ ਦੁਖੀ, ਕਿਉਂਕਿ ਦੁੱਖ ਦੀ ਆਰਜਾ ਛੋਟੀ ਹੋਇਆ ਕਰਦੀ ਏ। ਸਾਹਿਬ ਨੇ ਸ਼ਬਦ ਰੋਗੀ ਵਰਤਿਆ ਤੇ ਰੋਗ ਜਿਹੜਾ ਹੈ ਉਹ ਲੰਬਾ ਹੋ ਜਾਂਦਾ ਹੈ। ਦੁੱਖ ਹੋ ਸਕਦਾ ਥੋੜੇ ਕੁ ਦਿਨ ਆਏ, ਕਿਸੇ ਦੇ ਘਰ ਅੰਦਰ ਕੋਈ ਸਰੀਰਕ ਤੌਰ ਤੇ ਪਰੇਸ਼ਾਨੀ ਹੋਈ, ਤੇ ਆਪਾਂ ਇਹ ਨਹੀਂ ਕਹਿੰਦੇ ਕਿ ਇਹਨਾਂ ਘਰ ਅੰਦਰ ਰੋਗ ਆ ਗਿਆ, ਆਪਾਂ ਇਹੀ ਕਹਾਂਗੇ ਬੜਾ ਵੱਡਾ ਦੁੱਖ ਵਾਪਰ ਗਿਆ। ਦੁੱਖ ਦੀ ਆਰਜਾ ਛੋਟੀ, ਰੋਗ ਦੀ ਆਰਜਾ ਲੰਬੀ। ਸਾਹਿਬ ਕਹਿਣ ਲੱਗੇ ਪਤਾ ਨਹੀਂ ਕਿੰਨੇ ਲੰਬੇ ਸਮੇਂ ਤੋਂ ਇਹ ਮਨੁੱਖ ਕਰਮ ਕਾਂਡਾਂ ਦੇ ਅੰਦਰ ਉਲਝੇ ਹੋਏ ਨੇ ਤੇ ਇਹ ਰੋਗੀ ਬਣ ਗਏ ਨੇ। ਗੁਰੂ ਨਾਨਕ ਸਾਹਿਬ ਦਾ ਘਰ ਇਹਨਾਂ ਨੂੰ ਸਿੱਧੇ ਰਸਤੇ ਪਾ ਰਿਹਾ ਹੈ। ਗੁਰੂ ਨਾਨਕ ਸਾਹਿਬ ਥਾਂ ਥਾਂ ਤੇ ਜਾ ਕੇ ਇਹ ਬਖਸ਼ਿਸ਼ ਰਹਿਮਤ ਵਰਤਾਉਂਦੇ ਨੇ, ਤੇ ਫਿਰ ਵੀ ਕਿਹੜਾ ਸੱਚ ਉਹਨਾਂ ਦਾ ਸਾਰਿਆਂ ਪ੍ਰਵਾਨ ਕੀਤਾ। ਵਿੱਚ ਹੀ ਸਨ ਉਹ ਲੋਕ ਜਿਨ੍ਹਾਂ ਕਹਿ ਦਿੱਤਾ ਕੋਈ ਆਖੇ ਭੂਤਨਾ, ਕੋ ਕਹਿ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਸਾਹਿਬ ਕਹਿਣ ਲੱਗੇ ਬੜੇ ਲੋਕ ਜਿਨ੍ਹਾਂ ਵਿਚਾਰ ਪ੍ਰਵਾਨ ਕਰ ਲਈ, ਤੇ ਬੜੇ ਲੋਕ ਐਸੇ ਸਨ ਜਿਨ੍ਹਾਂ ਨੂੰ ਇਹ ਸੱਚ ਨਾ ਪਾਇਆ, ਕਿਉਂਕਿ ਸੱਚ ਹਰ ਇੱਕ ਨੂੰ ਚੰਗਾ ਨਹੀਂ ਲੱਗਦਾ। ਸਾਹਿਬ ਕਹਿਣ ਲੱਗੇ ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੇ ਸੱਚ ਬਿਨਾ, ਨਾਮ ਤੋਂ ਬਿਨਾ ਮੈਲ ਲੱਗ ਜਾਏਗੀ। ਇਸ ਕਰਕੇ ਕਿਸੇ ਵਿਦਵਾਨ ਨੇ ਆਖਿਆ, ਕਹਿਣ ਲੱਗੇ ਜੇ ਗੁਰੂ ਕਾ ਬਚਨ ਮੰਨ ਲਿਆ ਤੇ ਜੀਵਨ ਅੰਦਰ ਅੱਜ ਹੀ ਤਬਦੀਲੀ, ਤੇ ਬਚਨ ਜੇ ਨਾ ਮੰਨਿਆ ਤੇ ਫਿਰ ਭਾਵੇਂ ਸਾਰੀ ਆਰਜਾ ਵੀ ਲੱਗਾ ਰਹੀ ਤਾਂ ਵੀ ਤਬਦੀਲੀ ਕੋਈ ਨਹੀਂ ਆਉਣੀ। ਸਾਹਿਬ ਕਹਿਣ ਲੱਗੇ ਆਪਣੇ ਜੀਵਨ ਨੂੰ ਗੁਰੂ ਦੇ ਕੋਲ ਆ ਕੇ ਸੁਚੱਜਾ ਬਣਾਉਣ ਦਾ ਯਤਨ ਕਰ, ਤਾਂ ਹੀ ਤੇਰੇ ਇਹ ਦਿਹਾੜੇ ਇਹ ਦਿਨ ਮਨਾਏ ਸਫਲ ਹੋਣਗੇ। ਸਾਹਿਬ ਕਹਿਣ ਲੱਗੇ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਜੇ ਸੱਚ ਕੋਲ ਹੋਵੇਗਾ, ਗੁਰੂ ਕਾ ਗਿਆਨ ਕੋਲ ਹੋਵੇਗਾ, ਤੇ ਅੰਦਰ ਦੀ ਮੈਲ ਚਲੀ ਜਾਏਗੀ। ਜੇ ਇਹ ਗੁਰੂ ਕਾ ਗਿਆਨ ਨਾ ਲਿਆ ਤੇ ਸਾਹਿਬ ਕਹਿਣ ਲੱਗੇ ਫਿਰ ਇਸੇ ਤਰ੍ਹਾਂ ਚੱਕਰਾਂ ਅੰਦਰ ਪਿਆ ਰਹੀ। ਭਾਵੇਂ ਤੀਰਥਾਂ ਤੇ ਜਾ ਕੇ ਘਰ ਵੀ ਬਣਾ ਲਈ। ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ। ਇਉਂ ਕਹਿ ਰਮੇ ਕਬੀਰ, ਤੇਰੇ ਜੀਵਨ ਅੰਦਰ ਤਬਦੀਲੀ ਨਹੀਂ ਆਉਣੀ ਜੇ ਗੁਰੂ ਕੇ ਗਿਆਨ ਨੂੰ ਲੈ ਲਿਆ। ਤੇ ਸਾਹਿਬ ਕਹਿਣ ਲੱਗੇ ਫਿਰ ਆਜ ਮਿਲਾਵਾ ਸ਼ੇਖ ਫਰੀਦ, ਅੱਜ ਹੀ ਰਹਿਮਤਾਂ ਵਾਪਰ ਜਾਣਗੀਆਂ। ਸਤਿਗੁਰੂ ਕਿਰਪਾ ਕਰਨ। ਜੋ ਗੁਰੂ ਨਾਨਕ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਇਹ ਹੁਕਮ ਦੀ ਦਾਤ ਬਖਸ਼ੇ। ਸਾਹਿਬ ਕਹਿਣ ਲੱਗੇ ਬਾਹਰੀ ਇਸ਼ਨਾਨ ਕੱਲਾ ਨਾ ਕਰਦਾ ਫਿਰੇ, ਆਪਣੇ ਅੰਦਰ ਕੋਈ ਗੁਰੂ ਕਾ ਸਿਧਾਂਤ ਲੈ ਜਾ, ਬਸ ਉਸੇ ਵਕਤ ਹੀ ਗਿਆਨ ਦੀ ਰੋਸ਼ਨੀ ਦੇ ਨਾਲ ਫਿਰ ਜੀਵਨ ਸੁਚੱਜਾ ਬਣ ਜਾਏਗਾ। ਗੁਰੂ ਕਿਰਪਾ ਕਰੇ ਬਚਨ ਹਿਰਦਿਆਂ ਅੰਦਰ ਵਸਣ, ਭੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।